लोग यकीन करो परेशान है, बहुत ज्यादा परेशानी बनी कारोबारी। अच्छा भाई तुसी बहुत बुरे हालात है सर जी, हकीकतन तुसी फी मतलब शोरूम ते चले जाओ, मैं एक वाला झूठ बोलदा दो ला, तुसी फी शोरूम ते चले जाओ, वो कहेगा दो साल तो ना सी महीने च या 2 महीने एक अद्धा ट्रैक्टर, वो भी सिर्फ पता किस तरह अगे 1,50,000 ट्रैक्टर पिछे बच। भाई की नाम अपना पता? जहांगीर गुज्जर। अच्छा जी, अपना शोरूम है? हाँ जी हाँ जी हाँ जी। ਜ਼ਿਮੀਂਦਾਰ ਡਾਕਟਰ ਮਾਰਕੀਟ ਬਾਰੇ ਕੀ ਕਹਿਣਾ ਚਾਹੋਗੇ? ਗਾਹਕ ਆ ਰਹੇ, ਰੇਟ ਵੱਧ ਗਏ ਨੇ, ਕੀ ਕਹਿਣਾ ਚਾਹੋਗੇ? ਮਾਰਕੀਟ ਬਿਲਕੁਲ ਸਾਲ ਤੋਂ ਬੰਦ ਹੈ, 2 ਸਾਲ ਤੋਂ ਬੰਦ ਹੈ, ਬਿਲਕੁਲ ਬੰਦ ਹੈ। ਜਦੋਂ ਦੇ ਇਹਨਾਂ ਨੇ ਸਕੀਮ ਦੀ ਟਰੈਕਟਰ ਕੱਢੇ ਨੇ ਨਾ, ਹਕੂਮਤ ਨੂੰ ਚਾਹੀਦਾ ਸੀ ਕਿ ਅਗਰ ਮਾਰਕੀਟ ਨੂੰ ਚਲਾਣਾ ਹੈ, ਆਵਾਮ ਨੂੰ ਚਲਾਣਾ ਹੈ, ਟਰੈਕਟਰ ਦੀ ਕੀਮਤ ਰਿਆਇਤ ਕਰ ਦਿੰਦੇ, ਇੱਥੇ ਸਬਸਿਡੀ ਰਿਆਇਤ ਦੀ ਦੇ ਦਿੰਦੇ। ਇਹ ਜਿਹੜੀ ਉਹਨਾਂ ਨੇ ਗ੍ਰੀਨ ਟਰੈਕਟਰ ਦੀ ਫੀ 10 ਲੱਖ ਰੁਪਏ ਸਬਸਿਡੀ ਦਿੱਤੀ ਹੈ ਨਾ, ਇਹ ਕਾਰੋਬਾਰ ਦਾ ਇਸ ਮਾਰਕੀਟ ਦਾ ਬੇੜਾ ਗਰਕ ਹੋ ਚੁੱਕਿਆ ਹੈ। ਇੱਥੇ ਲੋਕ ਜਿਨ੍ਹਾਂ ਦੇ ਆਪਣੇ ਸ਼ੋਰੂਮ ਹੈ ਨਾ, ਸਿਰਫ ਉਹ ਬੰਦੇ ਇੱਥੇ ਮੌਜੂਦ ਨੇ, ਚੰਦ ਲੋਕ ਜਿਨ੍ਹਾਂ ਦੇ ਕਿਰਾਏ ਤੇ ਸਾਨੂੰ ਛੱਡ ਕੇ ਚਲੇ ਗਏ ਨੇ। ਪਾਕ ਮਦੀਨਾ ਛੱਡ ਕੇ ਚਲਾ ਗਿਆ, ਉਹ ਨਵੀਦ ਸਾਹਿਬ ਛੱਡ ਕੇ ਚਲੇ ਗਏ, ਕਾਫੀ ਸ਼ੋਰੂਮ ਐਸੇ ਨੇ ਜਿਹੜੇ ਉਹ ਕੰਮ ਛੱਡ ਕੇ ਚਲੇ ਗਏ ਨੇ। ਹਕੂਮਤ ਨੇ ਇਹ ਜਿਹੜੀ ਸਕੀਮ ਹੈ ਨਾ, ਇਹਦਾ ਇਹ ਹੁਣ ਫੇਰ ਅੱਗੋਂ ਆ ਰਹੀ ਹੈ। ਪੱਕੀ ਗੱਲ ਹੈ, ਮਿਲਤ ਨੇ, ਮੈਂ ਬੈਨਰ ਦੇਖ ਚੁੱਕਿਆ, ਪਹਿਲੀ ਤੋਂ ਬੈਨਰ ਬਾਹਰ ਲਾਉਣ ਲੱਗੇ ਨੇ ਮਿਲਤ ਵਾਲੇ। ਬਿਲਕੁਲ ਸਰ ਜੀ, ਇਹ ਫਲਾਪ ਕਰ ਦਿੱਤਾ ਕਾਰੋਬਾਰ, ਇਹ ਮਾਰਕੀਟ ਤਬਾਹ ਹੋ ਗਈ ਹੈ। 2 ਸਾਲ ਤੋਂ ਇਹ ਮਾਰਕੀਟ ਹਕੂਮਤ ਦੇ ਨਾਲ ਬਿਲਕੁਲ ਇਸ ਵੇਲੇ ਮਤਲਬ ਸਮਝ ਲਓ ਕਿ ਹਕੂਮਤ ਨੂੰ ਗਾਲਾਂ ਹੀ ਦੇਣ ਵਾਲਾ ਗੱਲ ਹੈ ਕਿ ਇਹਨਾਂ ਨੇ ਬੇੜਾ ਗਰਕ ਕਰ ਦਿੱਤਾ। ਇੱਕ ਬਿਲਕੁਲ ਇੱਕ ਹੋਰ ਚੀਜ਼ ਹੈ, ਹਕੂਮਤ ਨੇ ਇਹ ਕੰਮ ਕੀਤਾ ਨਾ, ਜਿਹੜੇ ਬੰਦੇ ਸਕੀਮ ਦੇ ਕਢਾ ਰਹੇ ਨੇ ਨਾ, ਉਹਨਾਂ ਨੂੰ ਇਹਨਾਂ ਨੇ ਕਿਹਾ ਸੀ 3 ਸਾਲ ਟਰੈਕਟਰ ਨਾ ਵੇਚਣਾ। ਇਹ ਸਰ ਜੀ ਜਿੰਨੇ ਜ਼ਿਮੀਂਦਾਰ ਕਈ ਲੈ ਰਹੇ ਨੇ ਨਾ, ਉਹ ਵੇਚ ਗਏ ਨੇ। ਸਵਾਦ ਤੇ ਤਾਂ ਹੈ ਕਿ ਹਕੂਮਤ ਦੁਬਾਰਾ ਉਹਨਾਂ ਕੋਲ ਪਤਾ ਕਰੇ ਟਰੈਕਟਰ ਮੌਜੂਦ ਨੇ। ਮੇਰਾ ਕਿ ਹਜ਼ਾਰਾਂ ਟਰੈਕਟਰ ਸਰ ਸਕੀਮ ਦੇ ਗ੍ਰੀਨ ਸਕੀਮ ਦੇ ਉਹਨਾਂ ਨੇ ਪੈਸੇ ਕਮਾਏ ਨੇ। ਦਿਸ ਇਜ਼ ਅ ਫੈਕਟ। ਇਹ ਗਲਤ ਹੈ, ਇਹ ਹਕੂਮਤ ਦਾ ਇਹ ਜਿਹੜਾ ਕਦਮ ਹੈ ਬਹੁਤ ਵੱਡਾ ਗਲਤ ਹੈ, ਔਰ ਉਹ ਟਰੈਕਟਰ ਬਾਹਰ ਵੀ ਚਲੇ ਗਏ। ਇਹ ਹਕੂਮਤ ਅੱਜ ਉਹਨਾਂ ਨੂੰ ਪੁੱਛੇ ਜਿਨ੍ਹਾਂ ਨੂੰ ਟਰੈਕਟਰ ਨੇ 10 ਲੱਖ ਸਬਸਿਡੀ ਦਿੱਤੀ ਹੈ ਨਾ, ਇਹ ਗਲਤ ਸਬਸਿਡੀ ਹੈ ਸਰ ਜੀ। ਮੇਰਾ ਬੇੜਾ ਕਰ ਸਾਡੇ ਕਾਰੋਬਾਰ ਦਾ ਸਾਰੀ 1 ਸਾਲ ਹੋ ਗਿਆ, ਕੋਈ ਟਰੈਕਟਰ ਨਹੀਂ ਵਿਕ ਰਿਹਾ। ਉਹ ਸਿਰਫ ਸਬਸਿਡੀ ਵਾਲੇ ਜਿਹੜੇ ਟਰੈਕਟਰ ਨੇ, ਉਹ ਲੋਕ ਇੱਥੇ ਮਾਰਕੀਟ ਵੇਚ ਚੁੱਕੇ ਨੇ। ਸਬਸਿਡੀਆਂ ਵਾਲੇ 10-10 ਲੱਖ ਜਿਹੜੇ ਨੇ ਉਹ ਕਮਾ ਚੁੱਕੇ ਨੇ, 5 ਲੱਖ ਰਿਆਇਤ ਹੀ ਵੇਚੇ ਉਹਨਾਂ ਨੇ, 5 ਲੱਖ ਦੇ ਜ਼ਿਆਦਾ ਉਹ ਕਮਾ ਕੇ ਉਹ ਟਰੈਕਟਰ ਬਾਹਰ ਜਾ ਚੁੱਕੇ ਨੇ। ਇਹ ਹੁਣ ਇਨਕੁਆਇਰੀ ਕਰ ਲੈਣ। ਇਹ ਮੇਰੀ ਗੱਲ, ਮੇਰੀ ਫੋਟੋ ਤੁਹਾਡੇ ਸਾਹਮਣੇ ਆ ਰਹੀ ਹੈ, ਅਗਰ ਗਲਤ ਹੋਵਾਂਗਾ ਜੋ ਕਹੋ ਸਜ਼ਾ ਮੇਰੀ। ਹਕੀਕਤਨ ਇਹ ਗਲਤ ਸਕੀਮ ਹੈ ਸਰ ਜੀ, ਇਹਨੂੰ ਕੈਂਸਲ ਕਰ ਦੇਣਾ ਚਾਹੀਦਾ ਗੌਰਮੈਂਟ ਨੂੰ। ਇਹ ਕਾਰੋਬਾਰ ਵੀ ਬਚ ਜਾਵੇ, ਇਹ ਲੋਕਾਂ ਦਾ ਕਾਰੋਬਾਰ ਵੀ ਚੱਲ ਪਵੇ, ਠੀਕ ਹੈ। ਇਹਦੇ ਉੱਤੇ ਸਰ ਜੀ ਸਬਸਿਡੀ ਦੀ ਵਜ੍ਹਾ ਨਾਲ ਬੇਤਹਾਸ਼ਾ ਕਾਰੋਬਾਰੀ ਨੁਕਸਾਨ ਹੋਇਆ। ਲੋਕਾਂ ਦੇ ਟਰੈਕਟਰ ਨਹੀਂ ਵਿਕ ਰਹੇ 2 ਸਾਲ ਤੋਂ ਹੁਣ ਫਿਰ ਸਬਸਿਡੀ 20,000 ਦੀ ਆ ਰਹੀ ਹੈ। ਉਹਨਾਂ ਲੋਕਾਂ ਨੇ ਵੇਚਣੇ ਨੇ ਜਿਨ੍ਹਾਂ ਦੇ ਨਿਕਲ ਆਣੇ ਨੇ, ਉਹਨਾਂ ਨੇ ਸਸਤੇ ਰੱਖ ਕੇ ਵੇਚਣੇ ਨੇ। ਫਿਰ ਉੱਤੋਂ ਤੁਹਾਡੇ ਜਿਵੇਂ ਇਹ ਤੁਸੀਂ ਦੇਖ ਰਹੇ ਹੋ ਜ਼ਿਮੀਂਦਾਰ ਨਾਲ ਵੀ ਜੋ ਹਾਲ ਹੋ ਰਿਹਾ, ਉਹਨਾਂ ਦੀ ਜਿਹੜੀ ਫਸਲ ਹੈ ਉਹ ਅਗਰ ਜੇ ਕਿਸੇ ਨੇ ਲੈਣਾ ਵੀ ਹੈ ਨਾ, ਉਹ ਵੀ ਨਹੀਂ ਲੈਣ ਆ ਰਿਹਾ, ਉਹ ਵੀ ਕਹਿ ਰਿਹਾ ਕਿ ਸਾਡਾ ਸ਼ਾਇਦ ਨਿਕਲ ਆਵੇ। ਤੇ ਜ਼ਿਆਦਾਤਰ ਲੋਕਾਂ ਨੇ ਵੇਚਣੇ ਨੇ, ਘੱਟ ਲੋਕਾਂ ਨੇ ਜਿਹੜੇ ਰੱਖਣੇ ਨੇ, ਠੀਕ ਹੈ ਜੀ। ਇਹ ਗਲਤ ਸਬਸਿਡੀ ਹੈ। ਸਬਸਿਡੀ ਅਗਰ ਗਵਰਨਮੈਂਟ ਨੇ ਦੇਣੀ ਹੈ ਤਾਂ ਉਹ ਗਰੀਬ ਆਦਮੀ ਜਿਨ੍ਹਾਂ ਦਾ 20,000 ਬਿੱਲ ਆ ਰਿਹਾ ਨਾ, ਅਗਰ 201 ਯੂਨਿਟ ਆ ਗਿਆ ਤੇ ਉਹਨੂੰ 10,000 ਉਹਨੂੰ 20,000 ਬਿੱਲ ਆ ਰਿਹਾ, ਜਿਹਦਾ 200 ਹੈਗਾ ਉਹਨੂੰ ਮਤਲਬ 5,000 ਆ ਰਿਹਾ, 4,000 ਇੱਥੇ ਸਬਸਿਡੀ ਦੇ ਗਵਰਨਮੈਂਟ, ਗਰੀਬ ਆਦਮੀ ਨੂੰ ਸਬਸਿਡੀ ਦੇ। ਜਿਹਦੇ ਕੋਲ 40 ਲੱਖ ਪਹਿਲੇ ਹੀ ਮੌਜੂਦ ਹੈ ਟਰੈਕਟਰ ਦਾ, ਉਹਨੂੰ 10 ਲੱਖ ਸਬਸਿਡੀ ਦੇ ਰਹੀ ਗਵਰਨਮੈਂਟ। ਇਹ ਗਲਤ ਹੈ, ਇਹ ਕਾਰੋਬਾਰ ਦੀ ਤਬਾਹੀ ਹੈ। ਯਕੀਨ ਕਰੋ ਪਾਕਿਸਤਾਨ ਬਰਬਾਦ ਹੋ ਚੁੱਕਿਆ ਹੈ। ਜੋ ਹਾਲਾਤ ਜਿਸ ਤਰ੍ਹਾਂ ਦੇ ਕਾਰੋਬਾਰੀ ਹਾਲਾਤ ਹੈ, ਇਹ ਮੈਂ ਛੱਤਾਂ ਹੁੱਕਾਂ ਬਣਾਉਂਦੇ ਸੀ, ਉਹ ਵੀ ਅੱਗੇ ਵਿਕ ਜਾਂਦੀ ਸੀ ਜੇ ਕੋਈ ਟਰੈਕਟਰ ਲਿਜਾਂਦਾ ਸੀ, ਉਹ ਤਾਂ ਉਹ ਵੀ ਨਹੀਂ ਵਿਕ ਰਹੀ। ਉਹ ਵੀ ਇੱਥੇ 15-20 ਲੋਕ ਛੱਤਾਂ ਵਾਲੇ ਹੁੱਕਾਂ ਵਾਲੇ ਬਣਾਉਣ ਵਾਲੇ ਜਿਹੜੇ, ਉਹ ਵੀ ਤਬਾਹ ਹੋ ਚੁੱਕੇ ਨੇ, ਉਹ ਛੱਡ ਕੇ ਕੰਮ ਚਲੇ ਗਏ। ਕੰਮ ਇਹ ਸਾਹਮਣੇ ਬੰਦ ਹੋਈ ਸਰ ਦੁਕਾਨ, ਉਹ 2 ਦੁਕਾਨਾਂ ਛੱਤਾਂ ਹੁੱਕਾਂ ਵੇਚਣ ਵਾਲੀਆਂ ਬੰਦ ਹੋਈਆਂ ਨੇ। ਟਰੈਕਟਰ ਕਿਸੇ ਨੇ ਲੈਣਾ ਤੇ ਫਿਰ ਕਿਹਨੇ ਲਵਾਣੀ ਸਰ? ਮਾਰਕੀਟ ਨਾਲ ਬੜੇ ਰੋਜ਼ਗਾਰ ਹੋਏ, ਬੜੇ ਬੇਤਹਾਸ਼ਾ ਰੋਜ਼ਗਾਰ ਸਰ ਜੀ। ਇੱਥੇ 15-15 ਮੁਲਾਜ਼ਮ ਹੈ ਇੱਕ ਦੁਕਾਨ ਦੇ, 10-10 ਮੁਲਾਜ਼ਮ ਸਨ, ਉਹਨਾਂ ਦੇ ਘਰ ਚੱਲਦੇ ਸਨ। ਤੇ ਲੇਕਿਨ ਇਹ ਗਵਰਨਮੈਂਟ ਦੀ ਮਤਲਬ ਇਹ ਸਭ ਉਹਨਾਂ ਦੀ ਮਿਹਰਬਾਨੀ ਹੈ ਕਿ ਗਵਰਨਮੈਂਟ ਇਹਨੂੰ ਚੇਂਜ ਕਰਨ, ਇੱਥੇ ਸਬਸਿਡੀ ਨਾ ਦੇਣ, ਸਬਸਿਡੀ ਦੇਣ ਗਰੀਬ ਆਦਮੀ ਨੂੰ ਜਿਹਦਾ ਬਿੱਲ ਜਿਹਦਾ 500,000 ਯੂਨਿਟ ਹੈ ਨਾ ਕੰਮ, 500 ਯੂਨਿਟ ਵਾਲੇ ਬੰਦੇ ਨੂੰ ਸਬਸਿਡੀ ਦੇਣ। ਹਰ ਘਰ ਦੇ 3-4 ਪੱਕੇ ਚੱਲਣੇ, ਉਹਦਾ 300-400 ਯੂਨਿਟ ਤੇ ਆਮ ਗਰੀਬ ਘਰ ਦੇ ਘਰ ਚੱਲਦਾ ਪਿਆ। ਉੱਥੇ ਸਬਸਿਡੀ ਸਰ ਦੇਣੀ ਚਾਹੀਦੀ ਹੈ। ਆ ਲੋਕ ਯਕੀਨ ਕਰੋ ਪਰੇਸ਼ਾਨ ਹੈ, ਬਹੁਤ ਜ਼ਿਆਦਾ ਪਰੇਸ਼ਾਨੀ ਬਣੀ ਕਾਰੋਬਾਰੀ। ਅੱਛਾ ਭਾਈ ਤੁਸੀਂ ਸਮਝਦੇ ਕਿ ਜ਼ਿਮੀਂਦਾਰਾਂ ਨੂੰ ਇਸ ਸਾਲ ਜਿੰਸਾਂ ਦਾ ਉਹ ਰੇਟ ਨਹੀਂ ਮਿਲਿਆ, ਤੇ ਉਹ ਰੇਟ ਨਾ ਮਿਲਣ ਦੀ ਵਜ੍ਹਾ ਤਾਂ ਜਿੱਦਾਂ ਜ਼ਿਮੀਂਦਾਰਾਂ ਦਾ ਭੱਠਾ ਬੈਠਾ ਵਾ, ਔਰ ਜ਼ਿਮੀਂਦਾਰਾਂ ਦੇ ਨਾਲ ਟਰੈਕਟਰ ਇੰਡਸਟਰੀ ਜਿਹੜੀ ਆ ਉਹਦਾ ਵੀ ਭੱਠਾ ਬੈਠਾ ਵਾ। ਕਿਉਂਕਿ ਜਿਹੜੀ ਮਾਰਕੀਟ ਦੇ ਅੰਦਰ ਅਸੀਂ ਇਸ ਵਕਤ ਮੌਜੂਦ ਆ, ਇਹ ਏਸ਼ੀਆ ਦੀ ਸਭ ਤੋਂ ਬੜੀ ਟਰੈਕਟਰ ਮਾਰਕੀਟ ਆ। ਤੇ ਉਹਦੇ ਵਿੱਚੋਂ ਤੁਸੀਂ ਜਾਣ ਕੇ ਏਸ਼ੀਆ ਦੀ ਜਿਹੜੀ ਸਭ ਤੋਂ ਬੜੀ ਟਰੈਕਟਰ ਮਾਰਕੀਟ ਆ, ਉਹਦੇ ਵਿੱਚੋਂ ਤੁਸੀਂ ਇਹ ਬਿਆਨ ਦੇ ਰਹੇ ਕਿ ਇੱਥੇ ਬਹੁਤ ਬੁਰੇ ਹਾਲਾਤ ਨੇ। ਬਹੁਤ ਬੁਰੇ ਹਾਲਾਤ ਆ ਸਰ ਜੀ। ਹਕੀਕਤਨ ਤੁਸੀਂ ਫੀ ਮਤਲਬ ਸ਼ੋਰੂਮ ਤੇ ਚਲੇ ਜਾਓ,
ਮੈਂ ਇੱਕ ਵਾਲਾ ਝੂਠ ਬੋਲਦਾ 2 ਲੱਖ, ਤੁਸੀਂ ਫੀ ਸ਼ੋਰੂਮ ਤੇ ਚਲੇ ਜਾਓ, ਉਹ ਕਹੇਗਾ 2 ਸਾਲ ਤੋਂ ਨਾ ਅਸੀਂ ਮਹੀਨੇ 'ਚ ਜਾਂ 2 ਮਹੀਨੇ ਇੱਕ ਅੱਧਾ ਟਰੈਕਟਰ, ਉਹ ਵੀ ਸਿਰਫ ਪਤਾ ਕਿਸ ਤਰ੍ਹਾਂ ਅੱਗੇ 1,50,000 ਟਰੈਕਟਰ ਪਿੱਛੇ ਬਚਦਾ ਸੀ। ਹੁਣ ਜਿਹੜੀ ਕਮਿਸ਼ਨ ਮਿਲਦੀ ਹੈ ਨਾ ਮਿਲਨੇ ਛੱਡਦੀ, ਉਹਦੇ 'ਚੋਂ ਕੋਈ 5,000 10,000 ਉਹ ਹੀ ਉਹਨਾਂ ਨੂੰ ਮਿਲਦਾ ਹੋਏਗਾ ਬਸ ਯਾਰ, 2,000 5,000 4,000 ਅਗਰ ਉਹ ਵੀ ਕੋਈ ਵਿਕੇ, ਅੱਬਲ ਤੇ ਵਿਕਦੇ ਹੀ ਨਹੀਂ ਟਰੈਕਟਰ। ਅਗਰ ਕੋਈ ਬੰਦੇ ਲੈਣ ਵਾਲੇ ਵੀ ਹੈ ਜਿਹੜੇ ਮਤਲਬ ਨਹੀਂ ਸਬਸਿਡੀ ਨਹੀਂ ਦੇ, ਜਿਨ੍ਹਾਂ ਨੂੰ ਬਹੁਤ ਜ਼ਰੂਰਤ ਆ, ਉਹ ਮਤਲਬ ਇੰਨੇ ਨਹੀਂ ਹੈਗੇ। ਉਹ ਇਹ ਸੋਚੋ ਕਿ 2-3 ਬੰਦੇ ਹੀ ਨੇ, 100 'ਚ 10 ਵੀ ਨਹੀਂ ਹੈ, 2-3 ਬੰਦੇ ਆ ਜਿਨ੍ਹਾਂ ਕੋਈ ਅੱਧਾ ਟਰੈਕਟਰ ਕਿਸੇ ਨੇ ਵੇਚ ਲਿਆ। ਉਹ ਵੀ ਫਿਰ ਇਸ ਬਣਾ ਤੇ ਵੇਚ ਰਹੇ ਨੇ ਕਿ ਉਹਨੇ 10,000 ਜਾਂ 5,000 ਕਮਾਇਆ, ਤੇ ਉਹ ਕੀ ਕਮਾਇਆ ਸਾਰੇ ਇੱਕ ਟਰੈਕਟਰ ਪਿੱਛੇ। ਉਹਨੇ 2 ਬੰਦੇ ਅਗਰ ਰੱਖੇ ਨੇ 20-30,000 ਰੁਪਇਆ ਤਨਖਾਹ ਹੈ। ਤੇ ਉਹ ਸਰ ਜੀ ਪਰੇਸ਼ਾਨ ਇਹ ਕੀ ਕਹਿਣਾ ਚਾਹੋਗੇ ਮਾਰਕੀਟ ਦੇ ਵਿੱਚ ਕੀ ਵਜ੍ਹਾ ਹੈ ਕਿ ਇਹ 2 ਸਾਲ ਤੋਂ ਜ਼ਿਆਦਾ ਡਾਊਨ ਜਾ ਰਹੀ ਹੈ? ਇਹ ਗ੍ਰੀਨ ਸਕੀਮ ਇਹਦੀ ਵਜ੍ਹਾ ਸਮਝਦੇ ਹੋ ਜਾਂ ਸਰ ਜੀ ਮੇਨ ਸਭ ਤੋਂ ਵੱਡੀ ਮੇਨ ਚੀਜ਼ ਗ੍ਰੀਨ ਸਕਰੀਨ, ਉਹਦੀ ਵਜ੍ਹਾ ਹੈ ਕਿ ਟਰੈਕਟਰ ਜਿਨ੍ਹਾਂ ਲੋਕਾਂ ਨੇ ਲੈਣੇ ਨੇ ਨਾ, ਉਹ ਕੰਮ ਦਾ ਕੰਮ ਉਹ ਜਿਹੜੀ ਸਕੀਮ ਨਿਕਲੀ ਹੈ ਨਾ, ਮਾਰਕੀਟ ਆਣਾ ਸੀ ਉਹਨਾਂ ਲੋਕਾਂ ਨੇ, ਉਹ ਉੱਥੇ ਨਿਕਲਦੇ ਨੇ, ਜਿਹੜੇ ਉਹ ਨਿਕਲਣ ਵਾਲੇ ਉਹਨਾਂ ਨੂੰ ਵੇਚ ਦਿੰਦੇ ਨੇ। ਉਹ ਰਹਿਤ ਮਿਲਦਾ ਉਹਨਾਂ ਨੂੰ 5-5 ਲੱਖ 3-3 ਲੱਖ ਰੁਪਏ ਘਟਾ ਕੇ ਵੇਚ, ਉਹ 3-4 ਲੱਖ ਰੁਪਏ ਪ੍ਰਾਫਿਟ ਤੇ ਵੇਚ ਰਹੇ ਨੇ। ਹਾਂ 240 ਜਿੱਦਾਂ ਦਾ ਨਿਕਲਿਆ ਨਾ, ਉਹਨੇ ਕਿਹਾ 2-4 ਲੱਖ ਹੀ ਬੜਾ ਹੀ ਵੇਚ ਦਿਓ ਅੱਗੇ ਯਾਰ। ਮੁਨਾਫੇ ਦਾ ਹੀ ਆ ਜੋ ਵੀ ਆ ਗਿਆ ਸਰ ਜੀ ਐਡੀ ਗਵਰਨਮੈਂਟ, ਮੈਨੂੰ ਕੀ ਦੱਸਾਂ, ਗਵਰਨਮੈਂਟ ਇੱਥੇ ਸ਼ੋਰੂਮ ਅਤੇ ਖਲੋ ਕੇ ਵੀ ਕਹਿੰਦੇ ਗ੍ਰੀਨ ਟਰੈਕਟਰ, ਕਿਸੇ ਨੇ ਆ ਕੇ ਪੁੱਛਿਆ ਹੀ ਨਹੀਂ, ਕੋਈ ਦੇਖਦਾ ਹੀ ਨਹੀਂ। ਸਿਰਫ ਨਾ ਇਹ ਪੁੱਛਣਾ ਚਾਹੀਦਾ ਸਰ, ਮੇਨ ਪੁੱਛਣਾ ਚਾਹੀਦਾ। ਹੁਣ ਇਨਕੁਆਇਰੀ ਪਹਿਲੇ ਕਰੇ ਫਿਰ ਸਕੀਮ ਦੇ ਗਵਰਨਮੈਂਟ। ਜਿਹੜੇ ਪਹਿਲੇ ਗ੍ਰੀਨ ਟਰੈਕਟਰ ਉਹ ਕਿੱਥੇ ਗਏ ਉਹ ਕਿੱਥੇ ਨੇ? ਉਹਨਾਂ ਜੋ ਕਿੰਨੇ, ਹਾਂਜੀ ਹੁਣ ਜਿਨ੍ਹਾਂ ਨੇ ਵੇਚੇ ਨੇ ਉਹਨਾਂ ਦੇ ਕੇਸ ਹੋਣਾ ਚਾਹੀਦਾ, ਪੂਰੀ ਕਾਰਵਾਈ ਹੋਣੀ ਚਾਹੀਦੀ, ਪੂਰੀ ਕਾਰਵਾਈ ਹੋਣੀ ਚਾਹੀਦੀ ਹੈ। ਸਕੀਮ ਫੇਰ ਸਕੀਮ ਦੇ ਫਿਰ ਹਾਂ, ਫਿਰ ਉਹ ਜਿਨ੍ਹਾਂ ਦੇ ਨਿਕਲ ਚੁੱਕੇ ਨੇ ਉਹ ਬੰਦਿਆਂ ਨੂੰ ਉਹ ਟਰੈਕਟਰ ਉਹਨੂੰ ਵਿੱਚ ਸਕੀਮ ਦੇ ਵਿੱਚ ਕੱਢ ਦੇਣਾ ਚਾਹੀਦਾ, ਕਰ ਦੇਣਾ ਚਾਹੀਦਾ। ਇਨਸਾਫ ਤੇ ਇਹ ਚੀਜ਼ ਦਾ, ਇਨਸਾਫ ਸਰ ਇਸ ਚੀਜ਼ ਦਾ ਕਿ ਮਤਲਬ ਬਹਰਹਾਲ ਇਹ ਸਕੀਮ ਹੀ ਗਲਤ ਹੈ ਸਰ। ਇਹ ਤੇ ਅਮੀਰ ਆਦਮੀ ਨੂੰ ਫਿਰ ਉਹਨਾਂ ਨੇ ਫ੍ਰੀ ਟਰੈਕਟਰ ਦੇ ਰਹੀ ਹੈ ਸਰ ਜੀ, ਫ੍ਰੀ ਟਰੈਕਟਰ ਦੇ ਰਹੇ ਨੇ ਜਿਹਦੀ ਮੁਰੱਬਾ ਕਣਕ ਹੈ, ਜਿਹਦੇ ਕੋਲ ਮੁਰੱਬਾ ਜ਼ਮੀਨ, ਉਹ ਤੇ ਪਹਿਲੇ ਹੀ ਅਮੀਰ ਆਦਮੀ ਹੈ, ਉਹ ਤੇ ਪਹਿਲੇ ਹੀ ਸਰ ਅਮੀਰ ਹੈ। ਹਕੀਕਤਨ ਗਰੀਬ ਆਦਮੀ ਨੂੰ ਕੋਈ ਨਹੀਂ ਪੁੱਛਣ ਵਾਲਾ, ਜਿਹਦਾ ਘਰ ਦਾ ਚੁੱਲ੍ਹਾ, ਹੁਣ ਜਿਹਦਾ ਬਿੱਲ ਸਰ ਜੀ 300 ਯੂਨਿਟ ਚੱਲਿਆ, ਗਰੀਬ ਆਦਮੀ ਹੋ। ਮੈਂ ਹੁਣ ਮਤਲਬ ਅਗਰ ਮੇਰੀਆਂ ਬੇਟੀਆਂ ਹੀ ਨੇ, ਅਗਰ ਮੇਰਾ ਮਤਲਬ ਮੈਂ ਤੇ ਥੋੜਾ ਪਤਾ ਚਲੋ ਹੈ ਨਾ, ਛੱਤਾਂ ਤੇ ਕੋਈ ਇਧਰੋਂ ਟਰੈਕਟਰ ਟੂਟੇ ਜੋ ਕੁਝ ਲੱਭ ਗਿਆ ਚਲੋ ਚਲਾ ਰਹੇ ਹਾਂ, ਠੀਕ ਹੈ, ਮਤਲਬ ਬੜਾ ਤੰਗ ਹੋ ਕੇ ਚਲਾ ਰਹੇ, ਬਹੁਤ ਹੀ ਤੰਗ ਹੋ। 20,000 ਬਿੱਲ 300 ਯੂਨਿਟ ਦਾ ਬਿੱਲ 20-30,000 ਆਣ ਡਿਆ। ਇੱਥੇ ਸਬਸਿਡੀ ਲੋਕਾਂ ਨੂੰ ਦੇਣੀ ਚਾਹੀਦੀ, ਜਾਂ ਮਤਲਬ ਜਿਹੜੀ ਆ ਲੋਕਾਂ ਦੀ ਸਿਹਤ ਦੇ ਬਾਰੇ ਸਬਸਿਡੀ ਦੇਣੀ ਚਾਹੀਦੀ ਹੈ, ਠੀਕ ਹੈ। ਸਕੂਲਾਂ ਦੇ ਬਾਰੇ ਬੱਚੇ, ਗਰੀਬ ਬੱਚਿਆਂ ਨੂੰ, ਮੇਰਾ ਪਿੰਡ ਅਮਰੀਕੇ ਦਾ ਸਬਸਿਡੀ ਦੇਖੋ ਜੀ, ਆ ਜਿਹੜਾ ਮਜ਼ਦੂਰ ਤਬਕਾ ਨੇ ਇਹਦੇ ਵਾਸਤੇ ਜ਼ਿਮੀਂਦਾਰ ਨੂੰ ਉਹਨਾਂ ਨੇ ਥੱਲੇ ਛੁੱਟਦਾ ਵੀ ਰੋਟੀ ਸਸਤੀ ਕੀਤੀ। ਰੋਟੀ ਸਰ ਜੀ ਸਸਤੀ ਕਿੱਥੇ, ਉਹ ਰੋਟੀ ਉਹਨੇ ਦੀ ਵਿਕਣ ਦੀ ਹੈ, ਕਿੱਥੇ ਸਸਤੀ ਨਹੀਂ ਵਿਕਦੀ। ਉਹ ਕਹਿੰਦੇ ਨਹੀਂ ਰੋਟੀ ਸਸਤੀ ਕੀਤੀ ਹੈ, ਤਾਂ ਜ਼ਿਮੀਂਦਾਰ ਦਾ ਬੇੜਾ ਗਰਕ ਹੋਇਆ। ਹਾਂਜੀ ਜ਼ਿਮੀਂਦਾਰ ਦਾ ਬੇੜਾ ਗਰਕ ਵੀ ਹੋ ਗਿਆ ਸਰ ਜੀ। ਜ਼ਿਮੀਂਦਾਰ ਦੇਖੋ ਨਾ, ਇੱਕ ਚੀਜ਼ ਅਗਰ ਜ਼ਿਮੀਂਦਾਰ ਨੂੰ ਉਹਨੇ ਦੇਣੀ ਸਬਸਿਡੀ ਸਰ ਜੀ, ਤੇਲ ਸਸਤਾ ਦੇਣ, ਹਾਂਜੀ ਆਹ ਗੱਲ, ਤੇਲ ਸਸਤਾ ਦੇਣ, ਉਹਨਾਂ ਨੂੰ 14,000 ਦੀ ਤੇ ਉਹਦੀ ਖਾਦ ਦੀ ਬੋਰੀ DAP ਦੀ ਹੁਣ ਰੇਟ ਵਧਿਆ ਭਾਈ ਉਹਦਾ, ਹੁਣ ਰੇਟ ਫੇਰ ਵਧਾ ਰਹੇ ਨੇ। ਤੇ ਫਿਰ ਮੇਰਾ ਮਤਲਬ ਅਗਰ ਉਹ ਚੀਜ਼ਾਂ ਮਹਿੰਗੀਆਂ ਦੇਣੀਆਂ ਤੇ ਫਿਰ ਉਹਨਾਂ ਦੀ ਕਣਕ ਅਗਰ ਤੁਸੀਂ 250 ਰੁਪਏ ਕਿਲੋ ਲਓਗੇ ਤੇ ਫਿਰ ਕੀ ਬਣੇ? ਅੱਛਾ ਭਾਈ, ਤੁਸੀਂ ਸਮਝਦੇ ਕਿ ਅਗਰ ਜ਼ਿਮੀਂਦਾਰ ਦੇ ਨਾਲ ਵੀ ਆਉਣਾ ਹੈ ਵਕਤ ਦੇ ਵਿੱਚ ਇੰਜ ਦਾ ਹੀ ਸਲੂਕ ਰਿਹਾ ਤਾਂ ਉਹਦੇ ਨਾਲ ਮਾਰਕੀਟਾਂ ਦੇ ਮਜ਼ੀਦ ਤਬਾਹੀ ਦੇ ਦਹਾਨੇ ਤੇ ਜਾਣਗੀਆਂ? ਸਰ ਜੀ ਇਸ ਵੇਲੇ ਤੇ ਮੁਲਕ ਜਿਹੜਾ ਨਾ, ਸਾਡੇ ਕਾਰੋਬਾਰ ਦੇ ਲਿਹਾਜ਼ ਨਾਲ ਤੇ ਨਾ ਕਾਰੋਬਾਰ ਦਾ ਬੇੜਾ ਗਰਕ ਹੋ ਚੁੱਕਿਆ, ਤਬਾਹੀ ਵਾਲੇ ਪਾਸੇ ਜਾ ਰਹੇ ਦਿਨ ਬਰ ਦਿਨ। ਹੁਣ ਫਿਰ ਸਕੀਮ ਨਿਕਲਣੀ ਹੈ ਨਾ, ਸਾਰੇ ਇੱਥੇ ਕੋਈ ਟਰੈਕਟਰ ਵਿਕ ਹੀ ਨਹੀਂ ਰਿਹਾ, ਕੋਈ ਨਹੀਂ ਵਿਕ ਰਿਹਾ ਬਿਲਕੁਲ। ਸਾਰੇ ਇੰਜ ਜਿਵੇਂ ਛੁੱਟੀ ਹੁੰਦੀ, ਸੁਨਾਟਾ ਹੁੰਦਾ, ਛੁੱਟੀ ਹੁੰਦੀ ਤੇ ਸ਼ਾਮ ਨੂੰ ਇਸ ਵੇਲੇ ਚਲੇ ਜਾਂਦੇ ਨੇ ਲੋਕ, ਸਾਰਾ ਦਿਨ ਟਰੈਕਟਰ ਬਾਹਰ ਖਿਲਾਰਦੇ ਨੇ ਸਰ ਜੀ, ਸ਼ਾਮ ਨੂੰ ਅੰਦਰ ਕਰਦੇ ਨੇ, ਹੁਣੇ ਹੀ ਅੰਦਰ। ਤੁਸੀਂ 2 ਦਿਨ ਆ ਕੇ ਆਪਣਾ ਇੱਥੇ ਨਾਲਾ ਕਰ ਲਓ, ਆ ਗਿਣ ਲਿਆ ਜੇ ਟਰੈਕਟਰ ਕਿਸੇ ਦਾ ਕੋਈ ਟਰੈਕਟਰ ਵਿਕਿਆ, ਕੋਈ ਨਹੀਂ ਵਿਕਦਾ ਸਰ। ਅੱਛਾ ਭਾਈ, ਹੁਣ 85 ਦੀ ਕੀ ਕੀਮਤ ਚੱਲ ਰਹੀ ਹੈ? 85 ਦੀ ਕੀਮਤ ਸਰ ਜੀ 40,30,000 ਕੈਸ਼ ਕੀਮਤ, ਕੈਸ਼ ਕੀਮਤ। ਉਤੋਂ ਭਾਈ ਇਹਨਾਂ ਕੀਮਤਾਂ ਵੀ ਮਿਲਣ ਨੇ ਵਧਾਈਆਂ ਨੇ, ਮਿਲਤ ਨੇ ਸਾਰੀ, ਉਹ ਵੀ ਕੋਈ ਪੁੱਛਣ ਵਾਲਾ ਨਹੀਂ ਹੈ। ਤੁਸੀਂ ਬੜੀ ਅੱਛੀ ਗੱਲ ਕੀਤੀ ਸਰ ਜੀ, ਇਹ ਮਿਲਤ ਨੇ ਕੀਮਤ ਬਣਾਈ ਹੈ, ਮੇਰਾ ਖਿਆਲ ਗਵਰਨਮੈਂਟ ਨੇ ਟੈਕਸ ਨਹੀਂ, ਲੇਕਿਨ ਮਿਲਤ ਗਵਰਨਮੈਂਟ ਨੂੰ ਪੁੱਛਣਾ ਚਾਹੀਦਾ ਕਿ ਕਿਉਂ ਵਧਾਈ ਹੈ, ਕਿ ਕਿਸ ਵਜ੍ਹਾ ਤੋਂ ਵਧਾਈ ਹੈ। ਗਵਰਨਮੈਂਟ ਇਹ ਵੀ ਪੁੱਛ ਨਹੀਂ ਕਰ ਰਹੀ। ਅਗਰ ਕੋਈ ਟੈਕਸ ਲੱਗਾ ਫਿਰ ਤਾਂ ਠੀਕ ਹੈ, ਫਿਰ ਤਾਂ ਗਵਰਨਮੈਂਟ ਦੀ ਤਰਫੋਂ ਹੋਇਆ, ਲੇਕਿਨ ਅਗਰ ਗਵਰਨਮੈਂਟ ਨੇ ਟੈਕਸ ਨਹੀਂ ਲਾਇਆ ਤਾਂ ਫਿਰ ਮਿਲਤ ਨੇ 2 ਲੱਖ ਰੁਪਏ ਪਰ ਟਰੈਕਟਰ ਪਿੱਛੇ ਕੀਮਤ ਵਧਾ ਦਿੱਤੀ ਹੈ। ਉਹ ਮਜ਼ੀਦ ਤਾਂ ਕਿ ਜੇ ਕਿਸੇ ਨੇ ਲੈਣਾ ਉਹ ਵੀ ਨਹੀਂ ਲੈ ਰਿਹਾ, ਉਹ ਕੁਝ ਕੀਮਤ ਦੀ ਵੀ ਰਫੜ, ਕੀਮਤ ਦਾ ਰਫੜ ਤੇ ਐਂਡ ਤੇ ਹੈਗਾ। ਪਹਿਲੇ ਹੁਣ ਸਕੀਮ ਫਿਰ ਜਿੰਨੇ ਨਿਕਲਣੇ ਸਕੀਮ ਦੇ ਵੇਖ ਲਿਆ, ਜਿੱਥੇ ਉਹ ਹੀ ਵਿਕਣੇ ਨੇ ਟਰੈਕਟਰ ਸਾਰੀ,
ਤੁਸੀਂ ਫੇਰ ਵਿਜ਼ਿਟ ਕਰਨਾ ਜਿਸ ਵੇਲੇ ਸਕੀਮ ਆ ਜਾਏਗੀ ਨਾ। ਸਕੀਮ ਦੇ 15-20 ਦਿਨ ਆਣੇ ਮੈਂ ਤੁਹਾਨੂੰ ਵਿਖਾ ਦਿਆਂਗਾ ਇੱਥੇ ਸਕੀਮ ਦੇ ਟਰੈਕਟਰ ਸ਼ੋਰੂਮਾਂ ਦੇ ਵਿਕਣ ਆਏ ਵੀ ਮੈਂ ਦਿਖਾ ਦਾਂ। ਅੱਛਾ ਭਾਈ, ਐਂਡ ਤੇ ਤੁਸੀਂ ਗਵਰਨਮੈਂਟ ਨੂੰ ਕੀ ਪੈਗਾਮ ਦੇਣਾ ਚਾਹੋਗੇ ਕਿ ਜਾਂ ਤਾਂ ਕਿ ਤੁਹਾਡੇ ਵੀ ਹਾਲ ਤੇ ਕੋ ਰਹਿਮ ਕੀਤਾ ਜਾਵੇ? ਗਵਰਨਮੈਂਟ ਨੂੰ ਇਹੀ ਸਰ ਜੀ ਦਿਆਂਗੇ ਮਿਹਰਬਾਨੀ ਹੈ ਕਿ ਉਹ ਸਕੀਮ ਇਹ ਬੰਦ ਕਰੇ। ਇਹ ਸਕੀਮ ਗਲਤ ਹੈ। ਇਹਦਾ ਜ਼ਿਮੀਦਾਰ ਨੂੰ ਨਹੀਂ ਐਡਾ ਫਾਇਦਾ। ਅਗਰ ਇਹਨਾਂ ਨੇ ਸਬਸਿਡੀ ਦੇਣੀ ਹੈ ਤਾਂ ਸਰ ਜੀ ਜ਼ਿਮੀਦਾਰ ਨੂੰ ਤੇਲ ਤੇ ਖਾਦ ਸਸਤੀ ਮਿਲਣੀ ਹਾਂਜੀ, ਚਾਹੀਦੀ ਯਾਨੀ ਕਿ ਹਰ ਜ਼ਿਮੀਦਾਰ ਨੂੰ ਉਹਦਾ ਫਾਇਦਾ ਹੋਵੇ। ਹਰ ਜ਼ਿਮੀਦਾਰ ਗੱਲ ਕੀਤੀ ਹੈ ਜੀ, ਤੁਸੀਂ ਸਾਡੇ ਮੂੰਹ ਦੀ ਗੱਲ ਹਰ ਜ਼ਿਮੀਦਾਰ ਨੂੰ ਤੇ ਹਰ ਉਹ ਗਰੀਬ ਬੰਦੇ 300-400 ਯੂਨਿਟ ਜਿਹੜਾ ਨਾ ਉੱਥੇ ਸਬਸਿਡੀ ਦੇ 200 ਨਹੀਂ 200 ਤੇ ਆਮ ਇੱਕ ਵਿਚਾਰੇ ਬੱਤੀ ਬਾਲਣ ਨਾਲ ਦਾ ਹੁਣ ਤੇ 3-4 ਘਰ ਹਰ ਪੱਕੇ ਜਿਹਦੇ 2-3 ਬੱਚੇ ਨੇ 2-3 ਪੱਖੇ ਚੱਲਦੇ ਪਏ ਨੇ 300 ਯੂਨਿਟ ਤੇ 400 500 ਯੂਨਿਟ ਤੱਕ ਸਬਸਿਡੀ ਹੋਵੇ। ਇਹ ਫਾਇਦਾ ਸਾਨੂੰ, ਠੀਕ ਹੈ ਜੀ, ਸਾਡੇ ਮੁਲਕ ਨੂੰ, ਸਾਡੇ ਗਰੀਬ ਲੋਕਾਂ ਨੂੰ, ਠੀਕ ਹੈ। ਤੇ ਜ਼ਿਮੀਦਾਰਾਂ ਨੂੰ ਸਾਡੀ ਖਾਦ ਜਿਹੜੀ 14,000 ਦੀ ਉਹ 5,000 ਦੀ ਕਰਨ 2,000 ਦੀ ਤੇ ਆਟੋਮੈਟਿਕਲ ਕਣਕ 2,500 ਨੂੰ ਕਿਲੋ ਮਨ ਵਿਕੇਗੀ। ਸਹੀ। ਤੇ ਜੇ ਸਰ ਜੀ ਉਹਨਾਂ ਨੂੰ ਉਹ ਖਾਦਾਂ ਮਹਿੰਗੀਆਂ ਕਰੀ ਜਾਣੀਆਂ, ਤੇਲ ਮਹਿੰਗਾ ਤੇਲ ਕਰੀ ਮਹਿੰਗਾ ਜਾਣਾ। ਸਰ ਜੀ, ਤੇਲ ਸਰ ਜੀ ਹੁਣ ਆਇਆ ਤਾਂ ਕੁਦਰਤੀ ਥੋੜੀ ਬਾਰਿਸ਼ ਹੋਈ ਹੈ, ਨਹੀਂ ਤੇ ਮੂੰਜੀ ਲੱਗ ਹੀ ਨਹੀਂ ਸੀ ਰਹੀ। ਇੰਜੀ ਆ। ਮੂੰਜੀ ਬਿਲਕੁਲ ਨਹੀਂ ਸੀ ਲੱਗ ਰਹੀ। ਜ਼ਿਮੀਦਾਰ ਬਿਲਕੁਲ ਗਾਲਾਂ ਕੱਢ ਰਹੇ ਨੇ। ਸਹੀ। ਕੀ ਹੁਣ ਕੋਈ ਦੇਖਦੇ ਨਹੀਂ ਸਰਵੇ। ਤੁਸੀਂ ਬੜੀ ਮਿਹਰਬਾਨੀ ਤੁਸੀਂ ਸਰਵੇ ਕਰ ਰਹੇ ਹੋ ਤਾਂ ਕਿ ਪਤਾ ਤੇ ਚੱਲੇ ਕਿ ਇੱਥੇ ਹੋ ਕੀ ਰਿਹਾ। ਸਰ ਸਾਡੀ ਮਾਰਕੀਟ ਦਾ ਤਬਾਹੀ ਵਾਲੇ ਦਾਨੇ ਚ ਸਕੀਮ ਦੀ ਵਜ੍ਹਾ ਨਾਲ ਇੱਕ ਸਕੀਮ, ਇੱਕ ਜ਼ਿਮੀਦਾਰਾਂ ਦਾ ਜਿਹੜਾ ਮਾਸ਼ੀ ਕਤਲ, ਇਹ ਦੋ ਚੀਜ਼ਾਂ ਸਰ ਜੀ ਨਾਲ ਮਾਰਕੀਟ ਦਾ ਮਾਸ਼ੀ ਕਤਲ ਹੋ ਗਿਆ। ਮਾਸ਼ੀ ਮਾਰਕੀਟ ਦਾ ਜਿਹੜੇ ਅੱਗੇ ਤਰ੍ਹਾਂ ਇਹ 2-2 3-3 ਬੰਦੇ ਆ ਹਰ ਸ਼ੋਰੂਮ ਵਾਲਿਆਂ ਨੇ ਕੱਢ ਦਿੱਤੇ ਨੇ ਸ਼ੋਰੂਮ। ਠੀਕ ਹੈ ਜੀ ਭਾਈ, ਬੜੀ ਮਿਹਰਬਾਨੀ ਤੁਸੀਂ ਅਪਡੇਟ ਦਿੱਤੀ ਆ।